ਸਾਡੇ ਘਰ ਦੇ ਕੋਲ ਇੱਕ 60 ਸਾਲ ਦਾ ਬੁੱਢਾ ਆਦਮੀ ਆਪਣੀ ਜਵਾਨ ਬੇਟੀ ਦੇ ਨਾਲ ਕਿਰਾਏ ਦੇ ਮਕਾਨ 'ਚ ਰਹਿਣ ਆਇਆ। ਉਸ ਦੀ ਪਤਨੀ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਕੋਈ ਬੇਟਾ ਵੀ ਨਹੀਂ ਸੀ। ਉਸ ਬੁੱਢੇ ਆਦਮੀ ਦੀ ਬੇਟੀ ਬਹੁਤ ਖੂਬਸੂਰਤ ਸੀ। ਉਸ ਦੇ ਵਿਆਹ ਦੀ ਉਮਰ ਹੋ ਗਈ ਸੀ। ਜੋ ਕੋਈ ਵੀ ਉਹਨਾਂ ਦੇ ਘਰ ਲੜਕੀ ਦਾ ਰਿਸ਼ਤਾ ਮੰਗਣ ਜਾਂਦਾ ਤਾਂ ਉਹ ਬੁੱਢਾ ਆਦਮੀ ਉਹਨਾਂ ਨੂੰ ਧੱਕੇ ਦੇ ਕੇ ਘਰੋਂ ਕੱਢ ਦਿੰਦਾ। ਉਹ ਆਪਣੇ ਘਰ ਦਾ ਦਰਵਾਜ਼ਾ ਕਦੀ ਵੀ ਖੁੱਲ੍ਹਾ ਨਹੀਂ ਛੱਡਦਾ ਸੀ। ਮੈਂ ਵੀ ਉਸ ਬਾਪ ਬੇਟੀ ਨੂੰ ਦੇਖਦੀ ਹੁੰਦੀ ਸੀ। ਮੇਰਾ ਵੀ ਦਿਲ ਕਰਦਾ ਸੀ ਕਿ ਮੈਂ ਉਸ ਲੜਕੀ ਦੇ ਕੋਲ ਜਾਵਾਂ ਅਤੇ ਉਸ ਦੇ ਨਾਲ ਗੱਲਾਂ ਬਾਤਾਂ ਕਰਾਂ। ਇੱਕ ਦਿਨ ਮੈਂ ਆਪਣੀ ਮਾਂ ਨੂੰ ਕਿਹਾ, ਮਾਂ, ਲੱਗਦਾ ਹੈ ਕਿ ਨਾਲ ਵਾਲੇ ਘਰ ਆਈ ਲੜਕੀ ਆਂਚਲ ਨੂੰ ਮਿਲਣਾ ਪਵੇਗਾ। ਵਿਚਾਰੀ ਇਕੱਲੀ ਹੀ ਹੈ। ਉਸ ਦਾ ਬੁੱਢਾ ਬਾਪ ਉਸ ਨੂੰ ਹਰ ਸਮੇਂ ਘਰ ਵਿੱਚ ਬੰਦ ਰੱਖਦਾ ਹੈ। ਮਾਂ ਕਹਿਣ ਲੱਗੀ, ਬੇਟਾ, ਇਹ ਲੋਕ ਬਹੁਤ ਹੀ ਅਜੀਬ ਜਿਹੇ ਨੇ। ਖਬਰਦਾਰ ਜੇ ਤੂੰ ਉਹਨਾਂ ਦੇ ਘਰ ਗਈ ਤਾਂ। ਮਹੱਲੇ ਵਿੱਚੋਂ ਕਈ ਲੋਕ ਉਸ ਦੀ ਬੇਟੀ ਦਾ ਰਿਸ਼ਤਾ ਮੰਗਣ ਗਏ ਹਨ, ਪਰ ਉਸ ਬੁੱਢੇ ਆਦਮੀ ਨੇ ਧੱਕੇ ਦੇ ਕੇ ਸਾਰਿਆਂ ਨੂੰ ਘਰੋਂ ਕੱਢ ਦਿੱਤਾ ਸੀ। ਇਹਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਤਾਂ ਜ਼ਰੂਰ ਹੋਵੇਗੀ। ਮੈਨੂੰ ਤਾਂ ਦਾਲ ਵਿੱਚ ਕੁਝ ਕਾਲਾ ਲੱਗਦਾ ਹੈ। ਮਾਂ ਦੀ ਗੱਲ ਸੁਣ ਕੇ ਮੈਂ ਸੋਚ ਵਿੱਚ ਪੈ ਗਈ ਸੀ। ਮੈਂ ਆਸ-ਪਾਸ ਮੁਹੱਲੇ ਵਾਲਿਆਂ ਨੂੰ ਵੀ ਪੁੱਛਿਆ ਤਾਂ ਉਹਨਾਂ ਨੇ ਵੀ ਇੱਕ ਅਜੀਬ ਜਿਹਾ ਸ਼ੱਕ ਜ਼ਾਹਰ ਕੀਤਾ। ਇੱਕ ਆਂਟੀ ਤਾਂ ਕਹਿਣ ਲੱਗੀ, ਮੈਨੂੰ ਤਾਂ ਲੱਗਦਾ ਹੈ ਕਿ ਇਹ ਦੋਨੋਂ ਬਾਪ ਬੇਟੀ ਨਹੀਂ ਹੈ, ਬਲਕਿ ਕੋਈ ਹੋਰ ਗੱਲ ਹੈ। ਇਹ ਆਦਮੀ ਆਪਣੀ ਬੇਟੀ ਦੇ ਨਾਲ ਕਿਸੇ ਨੂੰ ਮਿਲਣ ਵੀ ਨਹੀਂ ਦਿੰਦਾ। ਮੈਂ ਆਂਟੀ ਦੀ ਗੱਲ ਸੁਣ ਕੇ ਪਰੇਸ਼ਾਨ ਹੋ ਗਈ ਸੀ। ਜੇਕਰ ਇਹ ਆਦਮੀ ਆਪਣੀ ਬੇਟੀ ਨੂੰ ਕਿਸੇ ਨਾਲ ਨਹੀਂ ਮਿਲਣ ਦਿੰਦਾ, ਕੀ ਪਤਾ ਇਹਦੇ ਪਿੱਛੇ ਕੋਈ ਗਹਿਰੀ ਕਹਾਣੀ, ਕੋਈ ਗਹਿਰੀ ਵਜ੍ਹਾ ਲੁਕੀ ਹੋਵੇਗੀ। ਮੇਰੀ ਗੱਲ ਸੁਣ ਕੇ ਉਹ ਆਂਟੀ ਹਵਾ ਵਿੱਚ ਸਿਰ ਹਿਲਾਉਂਦੇ ਹੋਏ ਬੋਲੀ, ਬੇਟਾ, ਕੋਈ ਵੀ ਵਜ੍ਹਾ ਨਹੀਂ ਹੋਵੇਗੀ। ਬਸ ਅੱਜ ਕੱਲ੍ਹ ਦਾ ਜ਼ਮਾਨਾ ਵੀ ਖਰਾਬ ਹੈ। ਤੂੰ ਵੀ ਇਹਨਾਂ ਲੋਕਾਂ ਤੋਂ ਦੂਰ ਰਹੀਂ। ਹੁਣ ਮੇਰੇ ਦਿਮਾਗ ਵਿੱਚ ਇਹ ਜਾਣਨ ਦੀ ਕਾਹਲ ਪਹਿਲਾਂ ਨਾਲੋਂ ਜ਼ਿਆਦਾ ਵੱਧ ਗਈ ਸੀ। ਮੈਂ ਕਿਸੇ ਵੀ ਹਾਲ ਵਿੱਚ ਇਸ ਗੱਲ ਨੂੰ ਐਦਾਂ ਹੀ ਨਹੀਂ ਜਾਣ ਦੇਣਾ ਚਾਹੁੰਦੀ ਸੀ। ਇੱਕ ਦਿਨ ਮੈਂ ਉਸ ਘਰ ਦੇ ਦਰਵਾਜ਼ੇ ਦੇ ਅੱਗਿਓਂ ਦੀ ਗੁਜ਼ਰਨ ਲੱਗੀ ਤਾਂ ਮੈਨੂੰ ਅੰਦਰ ਤੋਂ ਰੋਣ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਰੋਣ ਦੀਆਂ ਆਵਾਜ਼ਾਂ ਸੁਣ ਕੇ ਮੈਂ ਦਰਵਾਜ਼ੇ ਦੇ ਕੋਲ ਹੀ ਖੜੀ ਹੋ ਗਈ। ਮੈਂ ਕੰਨ ਲਗਾ ਕੇ ਸੁਣਨ ਦੀ ਕੋਸ਼ਿਸ਼ ਕੀਤੀ ਤਾਂ ਉਹ ਲੜਕੀ ਬਹੁਤ ਰੋ ਰਹੀ ਸੀ। ਮੈਂ ਘਰ ਦਾ ਦਰਵਾਜ਼ਾ ਖਟਖਟਾਇਆ ਤਾਂ ਦਰਵਾਜ਼ਾ ਖੁੱਲ੍ਹਿਆ ਅਤੇ ਸਾਹਮਣੇ ਉਹੀ ਬੁੱਢਾ ਆਦਮੀ ਸੀ। ਉਹਨਾਂ ਦੇ ਚਿਹਰੇ 'ਤੇ ਗੁੱਸਾ ਸੀ। ਕਹਿਣ ਲੱਗੇ, ਕੀ ਗੱਲ ਹੈ ਲੜਕੀ? ਮੈਂ ਕਿਹਾ, ਅੰਕਲ, ਮਾफ़ ਕਰਨਾ, ਪਰ ਤੁਹਾਡੇ ਘਰੋਂ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸੀ। ਇਸ ਕਰਕੇ ਮੈਂ ਪਰੇਸ਼ਾਨ ਹੋ ਗਈ। ਮੈਨੂੰ ਲੱਗਿਆ ਕਿ ਸ਼ਾਇਦ ਮੇਰੀ ਮਦਦ ਦੀ ਲੋੜ ਹੋਵੇ। ਓਹੋ, ਕਿਸ ਦੀ ਮਦਦ ਬੇਟਾ? ਮੈਨੂੰ ਕਿਸੇ ਦੀ ਵੀ ਮਦਦ ਦੀ ਜ਼ਰੂਰਤ ਨਹੀਂ ਹੈ। ਤੂੰ ਸਾਡੇ ਮਾਮਲਿਆਂ ਤੋਂ ਦੂਰ ਰਹਿ ਤਾਂ ਬਿਹਤਰ ਹੋਵੇਗਾ। ਅੰਕਲ ਨੇ ਖਰੀਆਂ-ਖਰੀਆਂ ਸੁਣਾ ਕੇ ਦਰਵਾਜ਼ਾ ਮੇਰੇ ਮੂੰਹ 'ਤੇ ਬੰਦ ਕਰ ਦਿੱਤਾ। ਮੈਂ ਹੈਰਾਨੀ ਤੇ ਪਰੇਸ਼ਾਨੀ ਨਾਲ ਸੋਚਣ ਲੱਗ ਪਈ, ਕਿੰਨਾ ਹੀ ਬਦਤਮੀਜ਼ ਆਦਮੀ ਹੈ। ਮੈਂ ਘਰ ਜਾ ਕੇ ਇਹ ਗੱਲ ਮਾਂ ਨੂੰ ਦੱਸੀ ਤਾਂ ਉਹ ਮੇਰੇ ਉੱਪਰ ਗੁੱਸਾ ਕਰਨ ਲੱਗ ਪਈ ਤੇ ਕਹਿਣ ਲੱਗੀ, ਮੈਂ ਅੱਜ ਹੀ ਇਹ ਗੱਲ ਤੇਰੇ ਪਿਤਾ ਜੀ ਨਾਲ ਕਰਦੀ ਹਾਂ ਕਿ ਤੂੰ ਬਿਨਾਂ ਵਜ੍ਹਾ ਤੋਂ ਹਮਦਰਦੀਆਂ ਦੇਣ ਗੁਆਂਢ ਵਿੱਚ ਚਲੀ ਗਈ ਸੀ। ਤੂੰ ਉਹਨਾਂ ਦੀ ਕੀ ਮਦਦ ਕਰ ਸਕਦੀ ਆਂ? ਮੈਂ ਉਹਨਾਂ ਦੀ ਗੱਲ ਸੁਣ ਕੇ ਚੁੱਪ ਤਾਂ ਹੋ ਗਈ, ਪਰ ਮੈਂ ਸੋਚ ਲਿਆ ਸੀ ਕਿ ਮੈਂ ਉਸ ਲੜਕੀ ਦੇ ਨਾਲ ਦੋਸਤੀ ਕਰਕੇ ਰਹਾਂਗੀ ਜੋ ਉਸ ਘਰ ਵਿੱਚ ਆਪਣੇ ਬਾਪ ਦੇ ਨਾਲ ਇਕੱਲੀ ਹੀ ਰਹਿੰਦੀ ਸੀ। ਕੀ ਪਤਾ ਮੈਂ ਉਸ ਦੀ ਜ਼ਿੰਦਗੀ ਵਿੱਚ ਕੁਝ ਬਿਹਤਰੀ ਲਿਆ ਸਕਾਂ। ਇੱਕ ਦਿਨ ਮੈਂ ਆਪਣੀ ਸਹੇਲੀ ਅਨੂ ਦੇ ਘਰ ਗਈ ਜੋ ਉਸੇ ਮੁਹੱਲੇ ਵਿੱਚ ਹੀ ਰਹਿੰਦੀ ਸੀ। ਮੈਂ ਆਪਣੀ ਸਹੇਲੀ ਨੂੰ ਕਿਹਾ, ਛੱਤ 'ਤੇ ਚੱਲਦੇ ਹਾਂ, ਕਿਉਂਕਿ ਉਸ ਬੁੱਢੇ ਦਾ ਘਰ ਅਨੂ ਦੇ ਘਰ ਦੇ ਨਾਲ ਜੁੜਿਆ ਹੋਇਆ ਸੀ। ਉਹਦੇ ਘਰ ਦਾ ਵਿਹੜਾ ਸਾਨੂੰ ਛੱਤ ਤੋਂ ਨਜ਼ਰ ਆ ਰਿਹਾ ਸੀ। ਮੈਂ ਇਹ ਦੇਖ ਕੇ ਖੁਸ਼ ਹੋ ਗਈ। ਅਨੂ ਬੋਲੀ, ਇਹਦੇ ਵਿੱਚ ਖੁਸ਼ ਹੋਣ ਦੀ ਕਿਹੜੀ ਗੱਲ ਹੈ? ਮੈਂ ਕਿਹਾ, ਹੁਣ ਮੈਂ ਇਸ ਲੜਕੀ ਦੇ ਨਾਲ ਦੋਸਤੀ ਕਰ ਸਕਾਂਗੀ ਜੋ ਇਸ ਘਰ ਵਿੱਚ ਰਹਿੰਦੀ ਹੈ। ਮੈਂ ਆਪਣੀ ਦੋਸਤ ਨੂੰ ਵੀ ਸਾਰਾ ਮਾਮਲਾ ਦੱਸ ਦਿੱਤਾ ਅਤੇ ਉਸ ਨੂੰ ਕਿਹਾ, ਮੈਨੂੰ ਲੱਗਦਾ ਹੈ ਕਿ ਇਸ ਘਰ ਵਿੱਚ ਜੋ ਲੜਕੀ ਰਹਿੰਦੀ ਹੈ ਉਸ ਨੂੰ ਸਾਡੀ ਮਦਦ ਦੀ ਜ਼ਰੂਰਤ ਹੈ। ਮੇਰੀ ਗੱਲ ਸੁਣ। ਮੇਰੀ ਸਹੇਲੀ ਨੇ ਮੇਰੇ ਅੱਗੇ ਹੱਥ ਜੋੜ ਦਿੱਤੇ ਅਤੇ ਕਹਿਣ ਲੱਗੀ, ਜਾਣਦੀ ਹਾਂ ਤੂੰ ਕਿਹਦੇ ਬਾਰੇ ਗੱਲ ਕਰ ਰਹੀ ਆਂ? ਉਹਦੀ ਗੱਲ ਨੇ ਮੈਨੂੰ ਡਰਾ ਦਿੱਤਾ। ਮੈਂ ਕਿਹਾ, ਬਸ ਇੱਕ ਬੁੱਢਾ ਬਾਪ ਤੇ ਬੇਟੀ ਰਹਿੰਦੇ ਹਨ। ਮੇਰੀ ਗੱਲ ਤੇ ਮੇਰੀ ਸਹੇਲੀ ਕਹਿਣ ਲੱਗੀ, ਪਾਗਲ, ਹੋ ਸਕਦਾ ਹੈ ਕਿ ਉਹ ਦੋਨੋਂ ਮੀਆਂ ਬੀਬੀ ਹੋਣ, ਇਸ ਕਰਕੇ ਉਹ ਆਪਣੀ ਬੀਵੀ ਨੂੰ ਕਿਸੇ ਨਾਲ ਮਿਲਣ ਨਹੀਂ ਦਿੰਦਾ ਕਿ ਕਿਤੇ ਲੋਕ ਉਹਨੂੰ ਇਹ ਨਾ ਕਹਿ ਦੇਣ ਕਿ ਤੇਰੀ ਪਤਨੀ ਤਾਂ ਬਹੁਤ ਘੱਟ ਉਮਰ ਦੀ ਹੈ, ਜਦ ਕਿ ਉਹ ਤਾਂ ਦੇਖਣ ਵਿੱਚ ਉਸ ਦਾ ਬਾਪ ਲੱਗਦਾ ਹੈ। ਮੈਂ ਉਸ ਨੂੰ ਕਿਹਾ, ਜੋ ਵੀ ਹੈ, ਮੈਂ ਉਸ ਲੜਕੀ ਨੂੰ ਰੋਂਦੇ ਹੋਏ ਦੇਖਿਆ ਹੈ। ਉਸ ਨੂੰ ਸਾਡੀ ਹਮਦਰਦੀ ਦੀ ਜ਼ਰੂਰਤ ਹੋ ਸਕਦੀ ਹੈ। ਮੇਰੀ ਦੋਸਤ ਨੇ ਕਿਹਾ, ਚੰਗਾ ਇਹੀ ਹੈ ਕਿ ਅਸੀਂ ਆਪਣੇ ਕੰਮ ਨਾਲ ਕੰਮ ਰੱਖੀਏ, ਨਹੀਂ ਤਾਂ ਅਸੀਂ ਵੀ ਕਿਸੇ ਮੁਸੀਬਤ ਵਿੱਚ ਫਸ ਜਾਵਾਂਗੇ। ਅਜੇ ਮੈਂ ਤੇ ਅਨੂ ਇਹ ਗੱਲਾਂ ਕਰ ਹੀ ਰਹੇ ਸੀ ਕਿ ਉਹ ਲੜਕੀ ਸਾਨੂੰ ਵਿਹੜੇ ਵਿੱਚ ਚੱਲਦੀ ਫਿਰਦੀ ਨਜ਼ਰ ਆਈ।
ਮੈਂ ਉਸ ਨੂੰ ਦੇਖ ਕੇ ਅਨੂ ਨੂੰ ਇਸ਼ਾਰਾ ਕੀਤਾ ਕਿ ਉਹ ਤਾਂ ਵਿਹੜੇ ਵਿੱਚ ਆ ਗਈ ਹੈ। ਜੇਕਰ ਅਸੀਂ ਚਾਹੀਏ ਤਾਂ ਇਸ ਨਾਲ ਗੱਲ ਕਰ ਸਕਦੇ ਹਾਂ। ਮੇਰੀ ਦੋਸਤ ਬੋਲੀ, ਤੂੰ ਹੀ ਗੱਲ ਕਰ, ਮੈਂ ਤਾਂ ਇੱਥੋਂ ਜਾ ਰਹੀ ਹਾਂ। ਖਾਮਖਾਹ ਉਸ ਬੁੱਢੇ ਤੋਂ ਬੇਇੱਜ਼ਤੀ ਨਹੀਂ ਕਰਵਾ ਸਕਦੀ। ਅਨੂ ਦੇ ਜਾਣ ਤੋਂ ਬਾਅਦ ਮੈਂ ਉਸ ਲੜਕੀ ਨੂੰ ਇਸ਼ਾਰਾ ਕੀਤਾ। ਮੈਨੂੰ ਦੇਖਦੇ ਹੀ ਉਹ ਅੰਦਰ ਨੂੰ ਜਾਣ ਲੱਗੀ ਸੀ ਕਿ ਮੈਂ ਉਸ ਨੂੰ ਕਿਹਾ ਕਿ ਮੈਂ ਤੇਰੇ ਨਾਲ ਦੋਸਤੀ ਕਰਨਾ ਚਾਹੁੰਦੀ ਹਾਂ। ਮੇਰੀ ਗੱਲ ਸੁਣ ਕੇ ਉਸ ਦੇ ਚਿਹਰੇ 'ਤੇ ਇੱਕ ਹਲਕੀ ਜਿਹੀ ਮੁਸਕਰਾਹਟ ਉੱਭਰੀ ਅਤੇ ਉਹ ਪੌੜੀਆਂ ਚੜ੍ਹਦੀ ਹੋਈ ਛੱਤ ਦੇ ਵੱਲ ਆਉਣ ਲੱਗ ਪਈ। ਮੈਂ ਉਸ ਦੇ ਆਉਂਦੇ ਹੀ ਉਸ ਨੂੰ ਦੁਆ ਸਲਾਮ ਕੀਤੀ। ਉਹ ਕਹਿਣ ਲੱਗੀ, ਤੈਨੂੰ ਮੇਰਾ ਖਿਆਲ ਕਿੱਦਾਂ ਆਇਆ? ਮੈਂ ਕਿਹਾ, ਮੈਂ ਤੈਨੂੰ ਅਕਸਰ ਦੇਖਦੀ ਰਹਿੰਦੀ ਹਾਂ। ਮੈਨੂੰ ਲੱਗਦਾ ਹੈ ਕਿ ਤੂੰ ਦੁਖੀ ਆਂ, ਰੋਂਦੀ ਰਹਿੰਦੀ ਹੈ। ਮੈਨੂੰ ਤੇਰਾ ਅਹਿਸਾਸ ਹੈ, ਫਿਕਰ ਹੈ। ਕੀ ਤੂੰ ਮੇਰੇ ਨਾਲ ਦੋਸਤੀ ਕਰੇਂਗੀ? ਉਹ ਕਹਿਣ ਲੱਗੀ, ਮੇਰੇ ਨਾਲ ਦੋਸਤੀ ਕਰਕੇ ਕੀ ਤੂੰ ਵੀ ਬਰਬਾਦ ਹੋਣਾ ਚਾਹੁੰਦੀ ਆਂ? ਉਸ ਦੀ ਉਹ ਗੱਲ ਮੈਨੂੰ ਬਹੁਤ ਬੁਰੀ ਲੱਗੀ ਸੀ। ਮੈਂ ਕਿਹਾ, ਤੇਰੇ ਨਾਲ ਦੋਸਤੀ ਕਰਕੇ ਕੋਈ ਬਰਬਾਦ ਕਿਉਂ ਹੋਣ ਲੱਗਾ? ਜੇਕਰ ਤੂੰ ਚਾਹੇ ਤਾਂ ਹਰ ਤਰ੍ਹਾਂ ਦੀ ਗੱਲ ਸ਼ੇਅਰ ਕਰ ਸਕਦੀ ਆਂ। ਮੈਂ ਤੇਰੀ ਮਦਦ ਕਰਾਂਗੀ ਅਤੇ ਵਾਅਦਾ ਕਰਦੀ ਹਾਂ ਕਿ ਤੇਰਾ ਰਾਜ ਕਿਸੇ ਗੈਰ ਵਿਅਕਤੀ ਨੂੰ ਨਹੀਂ ਦੱਸਾਂਗੀ। ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗ ਪਈ ਤੇ ਕਹਿਣ ਲੱਗੀ, ਮੈਂ ਇੱਕ ਬਦਕਿਸਮਤ ਲੜਕੀ ਹਾਂ। ਮੈਨੂੰ ਲੱਗਦਾ ਹੈ ਕਿ ਮੇਰੇ ਬਾਪ ਨੇ ਮੈਨੂੰ ਇੱਕ ਘਰ ਵਿੱਚ ਬੰਦ ਕਰਕੇ ਚੰਗਾ ਨਹੀਂ ਕੀਤਾ, ਪਰ ਹੁਣ ਜਦੋਂ ਮੈਂ ਆਪਣੀ ਕਹਾਣੀ ਦੇਖਦੀ ਹਾਂ ਤਾਂ ਲੱਗਦਾ ਹੈ ਕਿ ਪਿਤਾ ਜੀ ਨੇ ਜੋ ਵੀ ਕੀਤਾ ਠੀਕ ਹੀ ਕੀਤਾ। ਮੈਂ ਇਸ ਦੇ ਕਾਬਲ ਹੀ ਸੀ। ਮੈਂ ਉਸ ਦੀ ਗੱਲ ਸੁਣ ਕੇ ਪਰੇਸ਼ਾਨ ਹੋ ਗਈ। ਉਹ ਤਾਂ ਪਹੇਲੀਆਂ ਬੁਝਾ ਰਹੀ ਸੀ। ਮੇਰੇ ਕੋਲ ਵਕਤ ਘੱਟ ਸੀ। ਐਨੇ ਵਿੱਚ ਮੇਰੀ ਦੋਸਤ ਛੱਤ 'ਤੇ ਆ ਗਈ ਤੇ ਕਹਿਣ ਲੱਗੀ, ਆਂਟੀ ਜੀ ਤੈਨੂੰ ਬੁਲਾ ਰਹੇ ਨੇ। ਮੈਂ ਆਪਣੀ ਮਾਂ ਦੇ ਨਾਲ ਘਰ ਵਾਪਸ ਚਲੀ ਗਈ। ਪਰ ਹੁਣ ਮੈਂ ਸੋਚ ਲਿਆ ਸੀ ਕਿ ਹੁਣ ਮੈਂ ਆਂਚਲ ਦੇ ਘਰ ਜਾ ਕੇ ਉਹਦੇ ਨਾਲ ਗੱਲ ਕਰਿਆ ਕਰਾਂਗੀ। ਅਗਲੇ ਦਿਨ ਮੈਂ ਫਿਰ ਅਨੂ ਦੇ ਘਰ ਗਈ। ਮੈਂ ਛੱਤ ਤੋਂ ਦੇਖਿਆ ਤਾਂ ਉਹ ਲੜਕੀ ਆਪਣੇ ਘਰ ਦੇ ਵਿਹੜੇ ਵਿੱਚ ਉਦਾਸ ਜਿਹੀ ਬੈਠੀ ਹੋਈ ਸੀ, ਪਰ ਹੁਣ ਦੀ ਵਾਰ ਉਸ ਦੀਆਂ ਸਿਸਕੀਆਂ ਦੀ ਆਵਾਜ਼ ਉੱਪਰ ਛੱਤ ਤੱਕ ਆ ਰਹੀ ਸੀ। ਉਹ ਦੇਖ ਮੈਂ ਪਰੇਸ਼ਾਨ ਹੋ ਗਈ। ਮੈਂ ਉਸ ਨੂੰ ਹੱਥ ਨਾਲ ਇਸ਼ਾਰਾ ਕੀਤਾ ਤਾਂ ਉਸਨੇ ਵੀ ਹੱਥ ਹਿਲਾ ਕੇ ਮੈਨੂੰ ਕਿਹਾ, ਮੈਂ ਉੱਪਰ ਨਹੀਂ ਆ ਸਕਦੀ। ਜੇਕਰ ਤੂੰ ਚਾਹੇ ਤਾਂ ਮੇਰੇ ਕੋਲ ਆ ਸਕਦੀ ਆਂ, ਦਰਵਾਜ਼ਾ ਖੁੱਲ੍ਹਿਆ ਹੋਇਆ ਹੈ। ਮੈਂ ਉਸਦੇ ਘਰ ਚਲੀ ਗਈ। ਉਸਨੇ ਆਪਣੀ ਢਿੱਡ 'ਤੇ ਹੱਥ ਰੱਖਿਆ ਹੋਇਆ ਸੀ ਤੇ ਉਹ ਬੁਰੀ ਤਰ੍ਹਾਂ ਨਾਲ ਰੋ ਰਹੀ ਸੀ। ਮੈਂ ਉਸ ਨੂੰ ਪੁੱਛਿਆ, ਕੀ ਹੋਇਆ ਕਿ ਤੇਰੀ ਢਿੱਡ ਵਿੱਚ ਦਰਦ ਹੋ ਰਿਹਾ ਹੈ? ਉਹ ਕਹਿਣ ਲੱਗੀ, ਇਹ ਦਰਦ ਮੇਰੀ ਮੌਤ ਦੇ ਨਾਲ ਹੀ ਖਤਮ ਹੋਵੇਗਾ। ਉਸ ਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਵਿੱਚ ਵੀ ਅੱਥਰੂ ਆ ਗਏ। ਮੈਂ ਕਿਹਾ, ਦੇਖੋ, ਦੁਨੀਆ ਵਿੱਚ ਹਰ ਦਰਦ ਦਾ ਇਲਾਜ ਹੈ। ਜੇਕਰ ਤੈਨੂੰ ਕੋਈ ਤਕਲੀਫ ਹੈ ਤਾਂ ਮੈਨੂੰ ਦੱਸ ਸਕਦੀ ਹੈ। ਮੈਂ ਤੇਰੀ ਹਰ ਤਰ੍ਹਾਂ ਦੀ ਮਦਦ ਕਰਨ ਦੇ ਲਈ ਤਿਆਰ ਹਾਂ। ਉਹ ਕਹਿਣ ਲੱਗੀ, ਤੂੰ ਮੇਰੇ ਲਈ ਦੁਆ ਕਰ ਕਿ ਆਖਿਰ ਵਿੱਚ ਉਹ ਰੱਬ ਮੈਨੂੰ ਮਾफ़ ਕਰ ਦੇ। ਮੇਰਾ ਜੁਰਮ ਬਹੁਤ ਵੱਡਾ ਹੈ ਅਤੇ ਮੇਰਾ ਦਾਮਨ ਬਹੁਤ ਪਾਕ ਦਾਮਨ ਹੈ। ਮੈਨੂੰ ਉੱਥੇ ਡਰ ਵੀ ਲੱਗ ਰਿਹਾ ਸੀ, ਜੇ ਇਹ ਗੱਲ ਮਾਂ ਨੂੰ ਪਤਾ ਲੱਗ ਗਈ ਤਾਂ ਉਹ ਮੇਰੇ ਤੋਂ ਕਿੰਨੀ ਖਫਾ ਹੋਵੇਗੀ। ਪਰ ਉਸ ਲੜਕੀ ਦੇ ਦੁੱਖ ਅਤੇ ਆਪ ਬੀਤੀ ਸੁਣੀ। ਮੇਰੀ ਜਗ੍ਹਾ ਤੁਸੀਂ ਵੀ ਹੁੰਦੇ ਤਾਂ ਉਹੀ ਕਰਦੇ। ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਗਰੀਬ ਜਿਹੇ ਦਿਖਣ ਵਾਲੇ ਇਸ ਬਾਪ ਬੇਟੀ ਦੇ ਕੋਲ ਕਾਫੀ ਕੁਝ ਸੀ, ਪਰ ਲੜਕੀ ਨੇ ਆਪਣੇ ਕਮਰੇ ਵਿੱਚ ਬਹੁਤ ਸਾਰੇ ਕੱਪੜੇ ਰੱਖੇ ਹੋਏ ਸੀ। ਉਹ ਕਾਫੀ ਮਹਿੰਗੇ ਕੱਪੜੇ ਸੀ। ਕਹਿਣ ਲੱਗੀ, ਮੈਂ ਇਹ ਕੱਪੜੇ ਕਦੇ ਨਹੀਂ ਪਾਉਂਦੀ। ਮੈਂ ਨੋਟ ਕੀਤਾ ਕਿ ਉਸਨੇ ਖੁਦ ਤਾਂ ਹਰ ਵਕਤ ਗੰਦੇ ਜਿਹੇ ਕੱਪੜੇ ਪਾਏ ਹੁੰਦੇ ਸੀ, ਪਰ ਉਸਦੇ ਕੋਲ ਹਰ ਤਰ੍ਹਾਂ ਦੇ ਰੇਸ਼ਮੀ ਜੋੜੇ ਸੀ ਜਿਨ੍ਹਾਂ ਨੂੰ ਦੇਖ ਕੇ ਲੱਗਦਾ ਸੀ ਕਿ ਇਹ ਲੜਕੀ ਬਹੁਤ ਜ਼ਿਆਦਾ ਅਮੀਰ ਹੈ। ਮੈਂ ਕਿਹਾ, ਜਦੋਂ ਤੇਰੇ ਕੋਲ ਐਨੇ ਜ਼ਿਆਦਾ ਕੱਪੜੇ ਹਨ ਤਾਂ ਤੂੰ ਪਾਉਂਦੀ ਕਿਉਂ ਨਹੀਂ? ਮੇਰੀ ਗੱਲ ਸੁਣ ਕੇ ਉਹ ਰੋਣ ਲੱਗ ਪਈ ਅਤੇ ਬੋਲੀ, ਬਸ ਫਿਰ ਕਦੀ ਤੈਨੂੰ ਦੱਸਾਂਗੀ। ਹੁਣ ਇਹਨਾਂ ਕੱਪੜਿਆਂ ਨੂੰ ਦੇਖ ਕੇ ਮੈਨੂੰ ਦਹਿਸ਼ਤ ਹੁੰਦੀ ਹੈ। ਜੇਕਰ ਤੂੰ ਚਾਹੇ ਤਾਂ ਇਹਨਾਂ ਨੂੰ ਲੈ ਜਾ ਸਕਦੀ ਹੈ, ਤੈਨੂੰ ਬਹੁਤ ਸੋਹਣੇ ਲੱਗਣਗੇ। ਉਸ ਦੀ ਗੱਲ ਸੁਣ ਕੇ ਮੈਂ ਖਾਮੋਸ਼ ਹੋ ਗਈ। ਮੈਂ ਕਿਸੇ ਵੀ ਸੂਰਤ ਵਿੱਚ ਉਹਦੇ ਉਹ ਕੱਪੜੇ ਨਹੀਂ ਲੈਣਾ ਚਾਹੁੰਦੀ ਸੀ, ਪਰ ਉਹਦੇ ਵਾਰ-ਵਾਰ ਕਹਿਣ 'ਤੇ ਮੈਂ ਇੱਕ ਸੂਟ ਲੈ ਲਿਆ। ਉਹ ਕਹਿਣ ਲੱਗੀ, ਤੂੰ ਇਸ ਨੂੰ ਲੈ ਜਾ, ਪਰ ਜਦੋਂ ਮੈਂ ਮਰ ਜਾਵਾਂਗੀ ਤਾਂ ਮੇਰੇ ਜਨਾਜ਼ੇ 'ਤੇ ਜ਼ਰੂਰ ਆਉਣਾ। ਮੈਂ ਕਿਹਾ, ਰੱਬ ਦਾ ਡਰ ਕਰ ਲੜਕੀ, ਤੇਰੀ ਉਮਰ ਹੀ ਕਿੰਨੀ ਹੈ ਅਤੇ ਤੂੰ ਮਰਨ ਦੀਆਂ ਗੱਲਾਂ ਕਰ ਰਹੀ ਆਂ। ਫਿਰ ਉਸਨੇ ਆਪਣੇ ਕਮਰੇ ਵਿੱਚ ਰੱਖੀ ਅਲਮਾਰੀ ਨੂੰ ਬੜੇ ਹੀ ਪਿਆਰ ਨਾਲ ਖੋਲ੍ਹਿਆ ਅਤੇ ਉਹਦੇ ਵਿੱਚੋਂ ਇੱਕ ਕਾਲੇ ਰੰਗ ਦੀ ਡਾਇਰੀ ਨੂੰ ਕੱਢ ਕੇ ਲਿਫਾਫੇ ਵਿੱਚ ਪਾ ਕੇ ਉਹ ਲਿਫਾਫਾ ਮੈਨੂੰ ਫੜਾ ਦਿੱਤਾ ਅਤੇ ਬੋਲੀ, ਮੇਰੇ ਮਰਨ ਤੋਂ ਬਾਅਦ ਮੇਰੇ ਪਿਤਾ ਜੀ ਨੂੰ ਦੇ ਦੇਣਾ। ਮੈਂ ਉਹਦੇ ਕੋਲੋਂ ਡਾਇਰੀ ਵੀ ਲੈ ਲਈ ਅਤੇ ਆਪਣੇ ਘਰ ਆ ਗਈ। ਉਹਦੇ ਢਿੱਡ ਵਿੱਚ ਜੋ ਦਰਦ ਸੀ ਉਹ ਵੱਧਦਾ ਜਾ ਰਿਹਾ ਸੀ। ਜਦੋਂ ਮੈਂ ਘਰ ਵਾਪਸ ਆਈ ਤਾਂ ਮਾਂ ਨੇ ਮੇਰੇ ਹੱਥ ਵਿੱਚ ਇੰਨਾ ਮਹਿੰਗਾ ਸੂਟ ਦੇਖਿਆ ਤਾਂ ਕਹਿਣ ਲੱਗੀ, ਬੇਟਾ ਇਹ ਤੂੰ ਕਿੱਥੋਂ ਲੈ ਕੇ ਆਈ ਆਂ? ਮੈਂ ਆਪਣੀ ਮਾਂ ਦੇ ਕੋਲੋਂ ਕੋਈ ਵੀ ਗੱਲ ਨਹੀਂ ਲੁਕਾਉਂਦੀ ਸੀ। ਡਾਇਰੀ ਤੋਂ ਇਲਾਵਾ ਬਾਕੀ ਸਾਰੀਆਂ ਗੱਲਾਂ ਮੈਂ ਆਪਣੀ ਮਾਂ ਨੂੰ ਦੱਸ ਦਿੱਤੀਆਂ।
ਮੇਰੀ ਮਾਂ ਨੇ ਜਦੋਂ ਇਹ ਸੁਣਿਆ ਤਾਂ ਆਪਣਾ ਸਿਰ ਫੜ ਕੇ ਬੈਠ ਗਈ ਤੇ ਬੋਲੀ, ਤੂੰ ਕਿੰਨੀ ਬੇਵਕੂਫ ਆਂ। ਮੈਂ ਤੈਨੂੰ ਜਿਸ ਗੱਲ ਤੋਂ ਮਨਾ ਕਰਦੀ ਆਂ ਤੂੰ ਉਹੀ ਕਰਦੀ ਏਂ। ਜੇਕਰ ਤੇਰੇ ਪਿਤਾ ਜੀ ਨੂੰ ਜਾਂ ਮੁਹੱਲੇ ਵਾਲਿਆਂ ਨੂੰ ਇਸ ਦੇ ਬਾਰੇ ਪਤਾ ਲੱਗ ਗਿਆ ਤਾਂ ਉਹ ਕੀ ਕਹਿਣਗੇ? ਕੱਲ ਜੇ ਉਸ ਲੜਕੀ ਨੂੰ ਕੁਝ ਹੋ ਗਿਆ ਤਾਂ ਤੂੰ ਕੀ ਕਰੇਂਗੀ? ਉਹ ਤਾਂ ਮਰਨ ਦੀਆਂ ਗੱਲਾਂ ਕਰਦੀ ਪਈ ਐ। ਜੇ ਉਹ ਸੱਚਮੁੱਚ ਮਰ ਗਈ ਤਾਂ ਕੀ ਹੋਵੇਗਾ? ਮਾਂ, ਤੁਸੀਂ ਕਿੰਨੇ ਖੁਦਗਰਜ਼ ਹੋ। ਮਾਂ ਨੇ ਮੇਰੀਆਂ ਗੱਲਾਂ ਸੁਣ ਕੇ ਮੇਰੇ ਉੱਪਰ ਸਖਤੀ ਨਾਲ ਪਾਬੰਦੀ ਲਗਾ ਦਿੱਤੀ ਕਿ ਮੈਂ ਦੁਬਾਰਾ ਤੋਂ ਉਸ ਘਰ ਦੇ ਵੱਲ ਜਾਣ ਦਾ ਸੋਚਾਂ ਵੀ ਨਾ। ਮੈਂ ਪਛਤਾ ਰਹੀ ਸੀ ਕਿ ਮੈਂ ਆਪਣੀ ਮਾਂ ਨੂੰ ਖਾਮੋਖਾ ਇੰਨੀ ਵੱਡੀ ਗੱਲ ਦੱਸ ਦਿੱਤੀ। ਪਰ ਮੇਰੇ ਪਛਤਾਵੇ ਨੂੰ ਜ਼ਿਆਦਾ ਵਕਤ ਨਹੀਂ ਗੁਜ਼ਰਿਆ ਸੀ ਕਿ 2 ਦਿਨ ਬਾਅਦ ਉਸ ਘਰ ਤੋਂ ਮੌਤ ਦੀ ਖਬਰ ਆਈ। ਪਤਾ ਲੱਗਾ ਕਿ ਉਹ ਲੜਕੀ ਜੋ ਆਪਣੇ ਬਾਪ ਦੇ ਨਾਲ ਇਕੱਲੀ ਰਹਿੰਦੀ ਸੀ, ਉਹ ਰੱਬ ਨੂੰ ਪਿਆਰੀ ਹੋ ਗਈ ਹੈ। ਇਹ ਗੱਲ ਸੁਣ ਕੇ ਅਸੀਂ ਸਾਰੇ ਹੈਰਾਨ ਸੀ। ਸਾਰੇ ਮੁਹੱਲੇ ਵਾਲੇ ਵੀ ਪਰੇਸ਼ਾਨ ਸੀ ਕਿ ਇੱਕ ਜਵਾਨ ਲੜਕੀ ਦੀ ਅਚਾਨਕ ਕਿੱਦਾਂ ਮੌਤ ਹੋ ਗਈ। ਉਹ ਕਿੱਦਾਂ ਬਿਨਾਂ ਕਿਸੇ ਵਜ੍ਹਾ ਤੋਂ ਮੌਤ ਦੇ ਮੂੰਹ ਵਿੱਚ ਜਾ ਸਕਦੀ ਹੈ। ਸਾਰਿਆਂ ਨੂੰ ਲੱਗਾ ਕਿ ਇਹ ਬੁੱਢਾ ਆਦਮੀ ਕਿਸੇ ਨਾ ਕਿਸੇ ਤਰ੍ਹਾਂ ਜ਼ਰੂਰ ਆਪਣੀ ਬੇਟੀ ਦੀ ਮੌਤ ਦਾ ਕਸੂਰਵਾਰ ਹੈ। ਇਸੇ ਕਰਕੇ ਉਸ ਨੂੰ ਪੁੱਛਗਿੱਛ ਕਰਨੀ ਚਾਹੀਦੀ ਹੈ। ਸਾਰੇ ਲੋਕ ਉਸ ਘਰ ਵਿੱਚ ਜਮ੍ਹਾਂ ਹੋ ਗਏ। ਮੇਰੇ ਪਿਤਾ ਜੀ ਵੀ ਉਸੇ ਘਰ ਵਿੱਚ ਚਲੇ ਗਏ। ਪਿਤਾ ਜੀ ਨੇ ਉਸ ਬੁੱਢੇ ਆਦਮੀ ਨੂੰ ਪੁੱਛਿਆ ਕਿ ਤੂੰ ਆਪਣੀ ਬੇਟੀ ਦਾ ਰਿਸ਼ਤਾ ਤੈਅ ਕਿਉਂ ਨਹੀਂ ਕੀਤਾ ਸੀ ਅਤੇ ਉਸਦੇ ਮਰਨ ਦੀ ਵੀ ਕੀ ਵਜ੍ਹਾ ਹੈ? ਬੁੱਢਾ ਆਦਮੀ ਰੋਣ ਲੱਗ ਪਿਆ ਤੇ ਰੋ ਰੋ ਕੇ ਉਸਦਾ ਬੁਰਾ ਹਾਲ ਸੀ। ਉਹ ਬਸ ਇਹੀ ਕਹਿ ਰਿਹਾ ਸੀ ਕਿ ਉਸਦੀ ਬੇਟੀ ਖੁਦ ਕਿਸੇ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਅਤੇ ਲੋਕਾਂ ਦੇ ਵਾਰ-ਵਾਰ ਆਉਣ 'ਤੇ ਮੈਨੂੰ ਉਹਨਾਂ 'ਤੇ ਗੁੱਸਾ ਆ ਜਾਂਦਾ ਸੀ ਤੇ ਉਸਦੀ ਮੌਤ ਦੀ ਵਜ੍ਹਾ ਬੁੱਢਾ ਨਹੀਂ ਦੱਸ ਰਿਹਾ ਸੀ। ਹੁਣ ਸਾਰੇ ਲੋਕ ਉਸ ਨਾਲ ਜ਼ਬਰਦਸਤੀ ਵੀ ਨਹੀਂ ਕਰਨਾ ਚਾਹੁੰਦੇ ਸੀ। ਇਸੇ ਕਰਕੇ ਪੁਲਿਸ ਨੂੰ ਇਤਲਾਹ ਕੀਤੀ ਗਈ। ਪੁਲਿਸ ਨੂੰ ਦੱਸਿਆ ਗਿਆ ਕਿ ਇੱਥੇ ਇੱਕ ਜਵਾਨ ਲੜਕੀ ਦੀ ਬਿਨਾਂ ਕਿਸੇ ਕਾਰਨ ਤੋਂ ਅਚਾਨਕ ਮੌਤ ਹੋ ਗਈ। ਇਹ ਗੱਲ ਸੁਣ ਕੇ ਬੁੱਢਾ ਜ਼ਿਆਦਾ ਤੜਫਣ ਲੱਗ ਪਿਆ ਅਤੇ ਬੋਲਿਆ, ਮੈਂ ਆਪਣੀ ਬੇਟੀ ਦੀ ਲਾਸ਼ ਨੂੰ ਕਿਸੇ ਨੂੰ ਵੀ ਹੱਥ ਨਹੀਂ ਲਗਾਉਣ ਦੇਵਾਂਗਾ। ਉਸਦੀ ਲਾਸ਼ ਦੀ ਦੁਰਗਤੀ ਨਹੀਂ ਹੋਣ ਦੇਵਾਂਗਾ। ਉਹ ਕੁਦਰਤੀ ਮੌਤ ਨਾਲ ਮਰੀ ਹੈ ਤੇ ਮੈਂ ਉਸ ਦੇ ਬਾਰੇ ਕੁਝ ਨਹੀਂ ਜਾਣਦਾ। ਕਾਫੀ ਸਮੇਂ ਤੋਂ ਉਹ ਪਰੇਸ਼ਾਨ ਸੀ। ਮੈਨੂੰ ਨਹੀਂ ਪਤਾ ਕਿ ਉਸ ਦੀ ਪਰੇਸ਼ਾਨੀ ਕੀ ਸੀ। ਮੈਂ ਉਸ ਨੂੰ ਬਹੁਤ ਵਾਰ ਪੁੱਛਿਆ, ਡਾਕਟਰ ਦੇ ਕੋਲ ਵੀ ਲੈ ਕੇ ਗਿਆ। ਮੈਂ ਤੁਹਾਨੂੰ ਰਿਪੋਰਟਾਂ ਦਿਖਾਉਣ ਦੇ ਲਈ ਵੀ ਤਿਆਰ ਹਾਂ, ਪਰ ਰੱਬ ਦੇ ਵਾਸਤੇ ਮੇਰੀ ਬੱਚੀ ਨੂੰ ਥਾਣੇ ਕਚਹਿਰੀ ਵਗੈਰਾ ਦਾ ਹਿੱਸਾ ਨਾ ਬਣਨ ਦਿਓ। ਪਿਤਾ ਜੀ ਨੇ ਬੁੱਢੇ ਆਦਮੀ ਨੂੰ ਕਿਹਾ ਕਿ ਤੁਹਾਡੀ ਬੇਟੀ ਦਾ ਪੋਸਟਮਾਰਟਮ ਹੋਵੇਗਾ ਅਤੇ ਸਾਰੀ ਜਾਂਚ ਕੀਤੀ ਜਾਵੇਗੀ ਕਿ ਉਸ ਦੀ ਮੌਤ ਕਿੱਦਾਂ ਹੋਈ। ਕੋਈ ਵੀ ਕੰਮ ਐਦਾਂ ਦਾ ਨਹੀਂ ਕੀਤਾ ਜਾਵੇਗਾ ਜਿਸ ਨਾਲ ਤੁਹਾਡੀ ਬੇਟੀ ਦੀ ਲਾਸ਼ ਨਾਲ ਦੁਰਗਤੀ ਹੋਵੇ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬੇਕਸੂਰ ਹੋ ਤਾਂ ਹੋ ਸਕਦਾ ਹੈ ਕਿ ਕੋਈ ਹੋਰ ਉਸ ਦਾ ਕਸੂਰਵਾਰ ਹੋਵੇ, ਪਰ ਬਿਨਾਂ ਜਾਂਚ ਪੜਤਾਲ ਦੇ ਆਪਣੀ ਬੇਟੀ ਦਾ ਸੰਸਕਾਰ ਕਰਨ ਦਾ ਮਤਲਬ ਆਪਣੀ ਬੇਟੀ ਨੂੰ ਇਨਸਾਫ ਤੋਂ ਵਾਂਝਾ ਰੱਖਣਾ ਹੈ। ਸਾਰੇ ਮੁਹੱਲੇ ਵਾਲਿਆਂ ਦੀ ਗੱਲ ਸੁਣ ਕੇ ਉਸ ਬੁੱਢੇ ਆਦਮੀ ਨੇ ਸਾਰਿਆਂ ਦੇ ਸਾਹਮਣੇ ਹੱਥ ਜੋੜ ਦਿੱਤੇ, ਪਰ ਕਿਸੇ ਨੇ ਵੀ ਉਸ ਦੀ ਗੱਲ ਨਾ ਸੁਣੀ ਕਿਉਂਕਿ ਸਾਰਿਆਂ ਨੂੰ ਸ਼ੱਕ ਸੀ ਕਿ ਜ਼ਿਆਦਾ ਮਿੰਨਤਾਂ ਵੀ ਇਸੇ ਕਰਕੇ ਕਰ ਰਿਹਾ ਹੈ ਕਿ ਮੌਤ ਵਿੱਚ ਖੁਦ ਉਸ ਦਾ ਹੱਥ ਹੈ। ਫਿਰ ਪੋਸਟਮਾਰਟਮ ਦੇ ਲਈ ਲਾਸ਼ ਨੂੰ ਹਸਪੀਟਲ ਪਹੁੰਚਾਇਆ ਗਿਆ। ਪੋਸਟਮਾਰਟਮ ਦੇ ਦੌਰਾਨ ਰੱਬ ਜਾਣੇ ਕੀ ਹੋਇਆ। ਜਦੋਂ ਬੁੱਢਾ ਘਰ ਆਇਆ ਤਾਂ ਉਹ ਬਹੁਤ ਸ਼ਾਂਤ ਵੀ ਸੀ ਤੇ ਹੈਰਾਨ ਵੀ ਸੀ। ਉਸ ਦੇ ਅੱਥਰੂ ਹੁਣ ਰੁਕ ਚੁੱਕੇ ਸੀ, ਪਰ ਕਿਸੇ ਨੂੰ ਵੀ ਇਹ ਨਹੀਂ ਪਤਾ ਸੀ ਕਿ ਪੋਸਟਮਾਰਟਮ ਦੀ ਰਿਪੋਰਟ ਕੀ ਆਈ ਹੈ। ਪੁਲਿਸ ਵਾਲਿਆਂ ਨੇ ਬੁੱਢੇ ਨੂੰ ਬੇਕਸੂਰ ਕਹਿ ਕੇ ਉਸ ਨੂੰ ਛੱਡ ਦਿੱਤਾ ਸੀ ਅਤੇ ਮੇਰੇ ਪਿਤਾ ਜੀ ਨੇ ਵੀ ਕਿਹਾ ਕਿ ਬੁੱਢਾ ਆਦਮੀ ਬੇਕਸੂਰ ਹੈ, ਉਸਨੇ ਆਪਣੀ ਬੇਟੀ ਨੂੰ ਨਹੀਂ ਮਾਰਿਆ ਸੀ। ਪਰ ਅਸੀਂ ਅੰਦਰ ਦੀ ਕਹਾਣੀ ਜਾਣਨਾ ਚਾਹੁੰਦੇ ਸੀ ਕਿ ਆਖਿਰ ਉਸ ਲੜਕੀ ਦੇ ਨਾਲ ਹੋਇਆ ਕੀ ਹੈ। ਮੈਂ ਇਹ ਸੋਚਿਆ ਕਿ ਬੁੱਢੇ ਆਦਮੀ ਨੂੰ ਖੁਦ ਜਾ ਕੇ ਪੁੱਛਿਆ ਜਾਵੇ, ਪਰ ਮੇਰੀ ਮਾਂ ਨੇ ਮੈਨੂੰ ਸਖਤੀ ਦੇ ਨਾਲ ਮਨਾ ਕਰ ਰੱਖਿਆ ਸੀ। ਇਸੇ ਕਰਕੇ ਮੈਂ ਇਹ ਗੱਲ ਜ਼ੁਬਾਨ 'ਤੇ ਨਾ ਲੈ ਕੇ ਆ ਸਕੀ। ਕੁਝ ਦਿਨਾਂ ਬਾਅਦ ਮੈਨੂੰ ਖਿਆਲ ਆਇਆ ਕਿ ਉਹ ਡਾਇਰੀ ਉਸ ਲੜਕੀ ਨੇ ਵੀ ਕਿਹਾ ਸੀ ਕਿ ਜਦੋਂ ਮੈਂ ਮਰ ਜਾਵਾਂਗੀ ਤਾਂ ਇਹ ਲਿਫਾਫਾ ਜਿਸ ਵਿੱਚ ਡਾਇਰੀ ਹੈ ਮੇਰੇ ਬੁੱਢੇ ਬਾਪ ਨੂੰ ਦੇ ਦੇਣਾ। ਸੋਚਿਆ ਕਿਉਂ ਨਾ ਜਾ ਕੇ ਉਸ ਨੂੰ ਦੇ ਆਵਾਂ, ਉਸ ਦੀ ਅਮਾਨਤ ਹੈ। ਜੇਕਰ ਮੈਂ ਚਾਹਾਂ ਤਾਂ ਉਸ ਨੂੰ ਪੜ੍ਹ ਵੀ ਸਕਦੀ ਸੀ, ਪਰ ਇਹ ਉਸ ਦੀ ਅਮਾਨਤ ਹੈ, ਇਸੇ ਕਰਕੇ ਉਸ ਬੁੱਢੇ ਆਦਮੀ ਨੂੰ ਦੇ ਆਵਾਂ। ਪਰ ਜਿੱਦਾਂ ਹੀ ਮੈਂ ਬੁੱਢੇ ਦੇ ਘਰ ਗਈ ਤਾਂ ਘਰ ਨੂੰ ਤਾਲਾ ਲੱਗਿਆ ਹੋਇਆ ਸੀ। ਮੈਂ ਆਸ-ਪਾਸ ਲੋਕਾਂ ਤੋਂ ਪਤਾ ਕੀਤਾ ਤਾਂ ਪਤਾ ਚੱਲਿਆ ਕਿ ਇਹ ਮਕਾਨ ਤਾਂ ਬੁੱਢੇ ਨੇ ਕਿਰਾਏ 'ਤੇ ਲਿਆ ਸੀ ਤੇ ਹੁਣ ਉਹ ਆਪਣਾ ਸਾਰਾ ਸਮਾਨ ਲੈ ਕੇ ਇੱਥੋਂ ਚਲਾ ਗਿਆ ਹੈ। ਸੜਕ ਦੇ ਦੂਜੇ ਪਾਸੇ ਜੋ ਇਲਾਕਾ ਲੱਗਦਾ ਹੈ, ਉਸਨੇ ਉੱਥੇ ਆਪਣਾ ਇੱਕ ਵੱਡਾ ਜਿਹਾ ਘਰ ਲੈ ਲਿਆ ਹੈ ਅਤੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਹੈ। ਉਹ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਚੁੱਕਿਆ ਹੈ। ਮੈਨੂੰ ਬਹੁਤ ਹੈਰਾਨੀ ਹੋਈ ਕਿ ਆਖਿਰ ਬੇਟੀ ਦੀ ਮੌਤ ਨੇ ਉਸ ਨੂੰ ਇੰਨਾ ਅਮੀਰ ਕਿੱਦਾਂ ਕਰ ਦਿੱਤਾ ਸੀ। ਜੋ ਪਹਿਲਾਂ ਉਸ ਗਰੀਬ ਮੁਹੱਲੇ ਵਿੱਚ ਕਿਰਾਏ 'ਤੇ ਰਹਿੰਦਾ ਸੀ, ਉਹ ਇੱਕ ਦੁਕਾਨ 'ਤੇ ਮਜ਼ਦੂਰੀ ਦਾ ਕੰਮ ਕਰਦਾ ਸੀ। ਹੁਣ ਐਦਾਂ ਦੀ ਕਿਹੜੀ ਗਿੱਦੜ ਸਿੰਘੀ ਉਸ ਦੇ ਹੱਥ ਲੱਗ ਗਈ ਸੀ
ਕਿ ਉਸਨੇ ਆਪਣੀ ਬੇਟੀ ਦੀ ਮੌਤ ਤੋਂ ਬਾਅਦ ਆਪਣਾ ਘਰ ਬਣਾ ਲਿਆ ਸੀ ਅਤੇ ਕਾਰੋਬਾਰ ਸ਼ੁਰੂ ਕਰ ਲਿਆ ਹੈ। ਮੈਂ ਸੋਚਿਆ ਉਹ ਡਾਇਰੀ ਮੈਂ ਖੁਦ ਹੀ ਖੋਲ੍ਹ ਕੇ ਪੜ੍ਹ ਲੈਂਦੀ ਹਾਂ। ਕਿੱਥੇ ਉਸ ਬੁੱਢੇ ਨੂੰ ਲੱਭਾਂਗੀ। ਉਸ ਡਾਇਰੀ ਨੂੰ ਪੜ੍ਹ ਕੇ ਸਾਰੀ ਹਕੀਕਤ ਪਤਾ ਲੱਗ ਜਾਵੇਗੀ। ਜੇਕਰ ਉਹ ਕਦੀ ਮਿਲ ਗਿਆ ਤਾਂ ਡਾਇਰੀ ਉਸਨੂੰ ਦੇ ਦੇਵਾਂਗੀ। ਜਦੋਂ ਮੈਂ ਉਸ ਲਿਫਾਫੇ ਤੋਂ ਡਾਇਰੀ ਕੱਢ ਕੇ ਪੜ੍ਹਨੀ ਸ਼ੁਰੂ ਕੀਤੀ ਤਾਂ ਮੇਰੇ ਹੋਸ਼ ਉੱਡ ਗਏ। ਉਸ ਲੜਕੀ ਨੇ ਬਹੁਤ ਹੀ ਅਜੀਬੋ-ਗਰੀਬ ਗੱਲਾਂ ਲਿਖੀਆਂ ਸੀ। ਬੁੱਢੇ ਦੀ ਲੜਕੀ ਨੇ ਅਥਰੂਆਂ ਨਾਲ ਭਰੀ ਹੋਈ ਡਾਇਰੀ ਲਿਖੀ ਸੀ। ਪਿਤਾ ਜੀ, ਮੈਨੂੰ ਮਾਫ਼ ਕਰ ਦੇਣਾ। ਮੈਂ ਜੋ ਵੀ ਕੀਤਾ ਉਹਦੇ ਵਿੱਚ ਗਲਤੀ ਮੇਰੀ ਹੀ ਸੀ। ਇਸ ਗੁਨਾਹ ਤੋਂ ਬਾਅਦ ਮੈਂ ਤੁਹਾਡੇ ਸਾਹਮਣੇ ਸਿਰ ਝੁਕਣ ਦੇ ਕਾਬਿਲ ਵੀ ਨਹੀਂ ਰਹੀ। ਤੁਹਾਡੀ ਪਰਵਰਿਸ਼ ਦਾ ਕੋਈ ਕਸੂਰ ਨਹੀਂ ਸੀ। ਮਾਂ ਦੇ ਮਰਨ ਤੋਂ ਬਾਅਦ ਤੁਸੀਂ ਮੈਨੂੰ ਮਾਂ ਦੀ ਕੋਈ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਮੈਨੂੰ ਇੱਕ ਲੜਕੇ ਨਾਲ ਪਿਆਰ ਹੋ ਗਿਆ ਸੀ ਅਤੇ ਜੇਕਰ ਮੈਂ ਉਸ ਦੀਆਂ ਗੱਲਾਂ ਵਿੱਚ ਨਾ ਆਉਂਦੀ ਅਤੇ ਉਸ ਦਿਨ ਉਹ ਕਦਮ ਨਾ ਚੁੱਕਦੀ ਤਾਂ ਉਹ ਕਦੀ ਵੀ ਮੈਨੂੰ ਆਪਣੇ ਘਰ ਲੈ ਕੇ ਨਾ ਜਾਂਦਾ। ਉਹ ਲੜਕਾ ਇੱਕ ਅਮੀਰ ਬਾਪ ਦੀ ਔਲਾਦ ਸੀ। ਉਸ ਦਾ ਵੱਡਾ ਬੰਗਲਾ ਤੇ ਵੱਡੀ ਕਾਰ ਨੂੰ ਦੇਖ ਕੇ ਮੈਂ ਪਾਗਲ ਹੋ ਗਈ ਸੀ। ਉਸਨੇ ਮੈਨੂੰ ਕਿਹਾ ਕਿ ਉਹ ਮੈਨੂੰ ਮੁਹੱਬਤ ਕਰਦਾ ਹੈ ਅਤੇ ਮੇਰੇ ਨਾਲ ਵਿਆਹ ਵੀ ਕਰਵਾਵੇਗਾ, ਪਰ ਉਹ ਤਾਂ ਮੈਨੂੰ ਆਪਣੇ ਮਕਸਦ ਦੇ ਲਈ ਇਸਤੇਮਾਲ ਕਰ ਰਿਹਾ ਸੀ। ਮੈਂ ਉਸਨੂੰ ਕਿਸੇ ਮਸੀਹਾ ਤੋਂ ਘੱਟ ਨਹੀਂ ਮੰਨਦੀ ਸੀ, ਪਰ ਉਹ ਮਸੀਹਾ ਨਹੀਂ, ਭੇੜੀਆ ਨਿਕਲਿਆ ਸੀ। ਮੈਂ ਇੱਕ ਗਰੀਬ ਬਾਪ ਦੀ ਬੇਟੀ ਸੀ। ਮੈਂ ਜਦੋਂ ਉਸਦੇ ਵੱਡੇ ਜਿਹੇ ਬੰਗਲੇ ਵਿੱਚ ਦਾਖਲ ਹੋਈ ਤਾਂ ਉਸਨੇ ਮੈਨੂੰ ਇਹੀ ਵਾਅਦਾ ਕੀਤਾ ਸੀ ਕਿ ਉਹ ਮੈਨੂੰ ਇਸ ਬੰਗਲੇ ਦੀ ਰਾਣੀ ਬਣਾ ਕੇ ਰੱਖੇਗਾ, ਪਰ ਉੱਥੇ ਜਾ ਕੇ ਮੈਨੂੰ ਪਤਾ ਲੱਗਾ ਕਿ ਉਸ ਦਾ ਤਾਂ ਇਰਾਦਾ ਹੀ ਗਲਤ ਸੀ। ਮੈਂ ਇਕੱਲੀ ਲੜਕੀ ਕੁਝ ਨਾ ਕਰ ਸਕੀ। ਮੇਰੀਆਂ ਚੀਕਾਂ ਦੀ ਆਵਾਜ਼ ਵੀ ਕਿਸੇ ਨੇ ਨਾ ਸੁਣੀ ਸੀ। ਮੇਰੇ ਕੋਲ ਕੁਝ ਵੀ ਨਾ ਬਚਿਆ। ਜਦੋਂ ਉਹ ਲੜਕਾ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਿਆ ਤਾਂ ਉਸਨੇ ਮੇਰੇ ਸਾਹਮਣੇ ਇੱਕ ਹੀਰੇ ਦੀ ਚੈਨ ਸੁੱਟ ਦਿੱਤੀ ਅਤੇ ਕਿਹਾ ਕਿ ਇਹ ਤੇਰਾ ਗਿਫਟ ਹੈ। ਮੈਂ ਇਹੀ ਸੁਣ ਰੱਖਿਆ ਸੀ ਕਿ ਹੀਰਾ ਨਿਗਲ ਜਾਣ ਨਾਲ ਇਨਸਾਨ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਮੈਂ ਹੁਣ ਮਰਨਾ ਚਾਹੁੰਦੀ ਸੀ। ਮੈਂ ਜਿੰਦਾ ਨਹੀਂ ਰਹਿਣਾ ਚਾਹੁੰਦੀ ਸੀ। ਇਸੇ ਕਰਕੇ ਮੈਂ ਉਹ ਹੀਰੇ ਦੀ ਚੈਨ ਨਿਗਲ ਲਈ। ਮੈਨੂੰ ਖੁਦ ਸਮਝ ਨਹੀਂ ਆਇਆ ਕਿ ਉਹ ਚੈਨ ਮੇਰੇ ਹਲਕ ਵਿੱਚੋਂ ਉਤਰ ਗਈ, ਪਰ ਮੇਰੀ ਮੌਤ ਮੌਕੇ 'ਤੇ ਨਾ ਹੋਈ। ਉਸ ਲੜਕੇ ਨੇ ਮੈਨੂੰ ਥੋੜ੍ਹੀ ਦੇਰ ਉਸ ਕਮਰੇ ਵਿੱਚ ਰੱਖਿਆ ਤੇ ਫਿਰ ਘਰ ਛੱਡ ਗਿਆ ਅਤੇ ਮੈਂ ਖੁਦ ਨੂੰ ਕਦੀ ਵੀ ਮਾਫ਼ ਨਹੀਂ ਕਰ ਸਕਦੀ ਸੀ। ਮੇਰੀ ਆਤਮਾ 'ਤੇ ਬੋਝ ਬਣ ਗਿਆ ਸੀ। ਮੈਂ ਆਪਣੇ ਬਾਪ ਤੋਂ ਚੋਰੀ ਉਸ ਲੜਕੇ ਨੂੰ ਮਿਲਦੀ ਸੀ, ਪਰ ਹੁਣ ਮੈਂ ਮੌਤ ਦੀ ਮੰਗ ਕਰ ਰਹੀ ਸੀ। ਮੇਰੇ ਢਿੱਡ ਵਿੱਚ ਬਹੁਤ ਦਰਦ ਰਹਿੰਦਾ ਸੀ। ਮੈਂ ਅੱਜ ਤੱਕ ਕਿਸੇ ਡਾਕਟਰ ਨੂੰ ਇਹ ਹਕੀਕਤ ਨਹੀਂ ਦੱਸੀ ਸੀ। ਮੇਰੇ ਢਿੱਡ ਵਿੱਚੋਂ ਨਿਕਲਣ ਵਾਲਾ ਖਜ਼ਾਨਾ ਮੇਰੇ ਬਾਪ ਦੀ ਗਰੀਬੀ ਦੂਰ ਕਰ ਸਕਦਾ ਹੈ। ਮੈਂ ਜਿਉਂਦੇ ਜੀ ਤੁਹਾਨੂੰ ਸੱਚ ਦੱਸ ਕੇ ਤੁਹਾਡੀ ਇੱਜ਼ਤ ਤਾਰ-ਤਾਰ ਨਹੀਂ ਕਰਨਾ ਚਾਹੁੰਦੀ ਸੀ। ਮੇਰੇ ਵਿੱਚ ਇੰਨੀ ਹਿੰਮਤ ਨਹੀਂ ਹੈ ਮੇਰੇ ਪਿਆਰੇ ਪਿਤਾ ਜੀ। ਹੁਣ ਤਾਂ ਮੈਂ ਮਰ ਗਈ ਹਾਂ। ਰੱਬ ਦੇ ਵਾਸਤੇ ਮੈਨੂੰ ਮਾਫ਼ ਕਰ ਦੇਣਾ। ਤੁਹਾਡੀ ਪਿਆਰੀ ਬੇਟੀ ਆਂਚਲ। ਉਸ ਲੜਕੀ ਦਾ ਗਮ ਅਤੇ ਦੁੱਖ ਦਾ ਅੰਦਾਜ਼ਾ ਮੈਨੂੰ ਹੋ ਚੁੱਕਿਆ ਸੀ। ਇੱਕ ਬਾਪ ਬੇਟੀ ਦੀ ਇੱਜ਼ਤ 'ਤੇ ਜੋ ਖਰੋਚ ਵੀ ਨਾ ਆ ਜਾਵੇ ਤਾਂ ਸਾਰੀ ਦੁਨੀਆ ਨਾਲ ਲੜ ਪੈਂਦਾ ਹੈ। ਉਹੀ ਲੜਕੀ ਆਪਣੇ ਬਾਪ ਦੀ ਇੱਜ਼ਤ ਕੁਝ ਪਲ ਅਤੇ ਕੁਝ ਮਿੱਠੀਆਂ ਗੱਲਾਂ ਦੇ ਲਈ ਗਵਾ ਦੇਵੇ ਤਾਂ ਇਸ ਤੋਂ ਜ਼ਿਆਦਾ ਬਦਕਿਸਮਤ ਕੌਣ ਹੋਵੇਗਾ। ਰੱਬ ਦੇ ਵਾਸਤੇ ਜੋ ਲੜਕੀਆਂ ਮੇਰੀ ਇਹ ਕਹਾਣੀ ਸੁਣ ਰਹੀਆਂ ਨੇ ਉਹ ਇਸ ਤੋਂ ਸਬਕ ਲੈਣ ਅਤੇ ਮੈਨੂੰ ਦੱਸਣਾ ਕਿ ਮੈਨੂੰ ਉਹ ਡਾਇਰੀ ਆਂਚਲ ਦੇ ਬਾਪ ਨੂੰ ਫੜਾ ਦੇਣੀ ਚਾਹੀਦੀ ਹੈ ਜਾਂ ਨਹੀਂ। ਜੇਕਰ ਮੈਂ ਉਹਨਾਂ ਨੂੰ ਇਹ ਡਾਇਰੀ ਦੇ ਦਿੱਤੀ ਤਾਂ ਉਹ ਜਿਉਂਦੇ ਜੀ ਮਰ ਜਾਣਗੇ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਜੇ ਕਹਾਣੀ ਤੁਹਾਨੂੰ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ, ਤੇ ਚੈਨਲ 'ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਧੰਨਵਾਦ ਜੀ।